ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ ਹੈ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਤੁਹਾਡੇ ਸਾਹਮਣੇ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਪੇਸ਼ ਹੋ ਰਹੇ ਹਾਂ। ਦੋਸਤੋ, ਅਸੀਂ ਆਪਣੇ ਪਿਛਲੇ ਕੁਝ ਪ੍ਰੋਗਰਾਮਾਂ ਦੇ ਵਿੱਚ ਇਕੱਲੇਪਨ ਦੇ ਉੱਤੇ ਚਰਚਾ ਕਰਦੇ ਆ ਰਹੇ ਹਾਂ। ਅਸੀਂ ਸਿੱਖਿਆ ਕਿ ਸਾਨੂੰ ਆਪਣੇ ਇਕੱਲੇਪਨ ਦੇ ਵਿੱਚ ਵੀ ਪਰਮੇਸ਼ਰ ਨੂੰ ਮਹਿਮਾ ਦੇਣੀ ਚਾਹੀਦੀ ਹੈ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਯਰਮੀਆ ਨਬੀ ਦੇ ਬਾਰੇ ਗੌਰ ਕਰ ਰਹੇ ਸੀ। ਅਸੀਂ ਜਾਣਿਆ ਕਿ ਕਿਵੇਂ ਯਰਮੀਆ ਨਬੀ ਆਪਣੇ ਇਕੱਲੇਪਨ ਦਾ ਸਾਹਮਣਾ ਕਰ ਰਿਹਾ ਸੀ। ਅਸੀਂ ਉਹਦੇ ਇਕੱਲੇਪਨ ਦੇ ਉਹਨਾਂ ਕਾਰਨਾਂ ਨੂੰ ਜਾਣਿਆ ਜਿਨ੍ਹਾਂ ਕਰਕੇ ਉਹ ਮਾਨਸਿਕ ਤਣਾਅ ਵਿੱਚ ਗੁਜ਼ਰ ਰਿਹਾ ਸੀ। ਅਸੀਂ ਜਾਣਿਆ ਕਿ ਉਹਨੇ ਕਈ ਵਾਰੀ ਆਪਣੀ ਸੇਵਕਾਈ ਨੂੰ ਛੱਡਣ ਦੀ ਕੋਸ਼ਿਸ਼ ਕੀਤੀ, ਪਰ ਕਿਉਂਕਿ ਇਹ ਪਰਮੇਸ਼ਰ ਹੀ ਸੀ ਜਿਨੇ ਆਪ ਉਸ ਨੂੰ ਇਹ ਕੰਮ ਲਈ ਚੁਣਿਆ ਸੀਗਾ, ਇਸ ਕਰਕੇ ਉਹ ਆਪਣੇ ਕੰਮ ਤੋਂ ਕਦੇ ਵੀ ਅਲੱਗ ਨਾ ਹੋ ਸਕਿਆ। ਇਸ ਤੋਂ ਬਾਅਦ ਅਸੀਂ ਉਸ ਦੀ ਦ੍ਰਿੜਤਾ ਦੇ ਕਾਰਨਾਂ ਨੂੰ ਵੀ ਜਾਣਿਆ। ਅੱਜ ਅਸੀਂ ਸਾਡੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਨੂੰ ਵੇਖਾਂਗੇ, ਜੋ ਕਿ ਇਸ ਪ੍ਰਕਾਰ ਹੈ। ਨੰਬਰ 1, ਸਮੱਸਿਆਵਾਂ ਸਾਨੂੰ ਵੱਡੇ ਮੌਕੇ ਪ੍ਰਦਾਨ ਕਰਦੀਆਂ ਹਨ। ਨੰਬਰ 2, ਸਮੱਸਿਆਵਾਂ ਸਾਡੀ ਆਤਮਿਕ ਪਰਿਪੱਕਤਾ ਨੂੰ ਮਜ਼ਬੂਤ ਕਰਦੀਆਂ ਹਨ। ਨੰਬਰ 3, ਸਮੱਸਿਆਵਾਂ ਸਾਡੀ ਇਮਾਨਦਾਰੀ ਨੂੰ ਸਿੱਧ ਕਰਦੀਆਂ ਹਨ। ਨੰਬਰ 4, ਸਮੱਸਿਆਵਾਂ ਸਾਨੂੰ ਨਿਰਭਰ ਰਹਿਣ ਦੀ ਸਮਝ ਦਿੰਦੀਆਂ ਹਨ। ਨੰਬਰ 5, ਸਮੱਸਿਆਵਾਂ ਸਾਡੇ ਦਿਲ ਨੂੰ ਸੇਵਕਾਈ ਕਰਨ ਦੇ ਲਈ ਤਿਆਰ ਕਰਦੀਆਂ ਹਨ। ਅੱਜ ਦੇ ਇਸ ਦਿਸ਼ਾ ਪ੍ਰਵਰਤਨ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਸਮੱਸਿਆਵਾਂ ਸਾਨੂੰ ਵੱਡੇ ਅਵਸਰ ਪ੍ਰਦਾਨ ਕਰਦੀਆਂ ਹਨ। ਨੰਬਰ 2, ਸਮੱਸਿਆਵਾਂ ਸਾਡੀ ਆਤਮਿਕ ਪਰਿਪੱਕਤਾ ਨੂੰ ਮਜ਼ਬੂਤ ਕਰਦੀਆਂ ਹਨ। ਨੰਬਰ 3, ਸਮੱਸਿਆਵਾਂ ਸਾਡੀ ਇਮਾਨਦਾਰੀ ਨੂੰ ਸਿੱਧ ਕਰਦੀਆਂ ਹਨ। ਨੰਬਰ 4, ਸਮੱਸਿਆਵਾਂ ਸਾਨੂੰ ਨਿਰਭਰ ਰਹਿਣ ਦੀ ਸਮਝ ਦਿੰਦੀਆਂ ਹਨ। ਨੰਬਰ 4, ਸਮੱਸਿਆਵਾਂ ਸਾਡੇ ਦਿਲ ਨੂੰ ਸੇਵਕਾਈ ਕਰਨ ਲਈ ਤਿਆਰ ਕਰਦੀਆਂ ਹਨ। ਨਵੰਬਰ 27, 1965 ਨੂੰ ਹੌਬਰਟ ਰੁਤਲਜ ਨੂੰ ਉੱਤਰੀ ਵੀਅਤਨਾਮ ਦੇ ਹੱਥੇ ਚੜ੍ਹ ਗਿਆ ਜਦ ਉਸ ਦਾ ਲੜਾਕੂ ਜਹਾਜ਼ ਅੱਗ ਦੇ ਕਾਰਨ ਕਰੈਸ਼ ਹੋਇਆ ਸੀ। ਉਸ ਨੂੰ ਉੱਥੇ 7 ਸਾਲ ਦੇ ਕਾਰਾਵਾਸ ਵਿੱਚ ਬਹੁਤ ਕਸ਼ਟ ਦਿੱਤਾ ਗਿਆ। ਉਸ ਦੀ ਇਹ ਕਹਾਣੀ ਵੱਡੇ ਅਖਬਾਰਾਂ ਵਿੱਚ ਛਪੀ। ਰੁਤਲਜ ਆਪਣੇ ਸ਼ਬਦਾਂ ਵਿੱਚ ਆਪਣੇ ਦੁੱਖ ਦੇ ਬਾਰੇ ਇਸ ਤਰ੍ਹਾਂ ਲਿਖਦਾ ਹੈ: ਇੱਕ ਫੌਜੀ ਨੂੰ ਪੂਰੀ ਤਰ੍ਹਾਂ ਤੋੜ ਦੇਣ ਲਈ ਜੋ ਸਜ਼ਾ ਦਿੱਤੀ ਜਾਂਦੀ ਹੈ, ਉਸ ਦਾ ਬਿਆਨ ਕਰਨਾ ਬੜਾ ਔਖਾ ਹੈ। ਉਹ ਖਲੋਂਦਿਆਂ ਹੀ ਥੱਕ ਜਾਂਦਾ ਹੈ, ਸਹੀ ਤਰ੍ਹਾਂ ਬੈਠ ਨਹੀਂ ਸਕਦਾ, ਨਾ ਹੀ ਆਰਾਮ ਨਾਲ ਸੋ ਸਕਦਾ ਹੈ। ਮੇਰੇ ਕੋਲ ਨਾ ਕੋਈ ਕਿਤਾਬ ਸੀ, ਨਾ ਪੇਪਰ, ਨਾ ਪੈਨਸਲ, ਨਾ ਮੈਗਜ਼ੀਨ ਅਤੇ ਨਾ ਹੀ ਕੋਈ ਅਖਬਾਰ ਸੀ। ਮਹੀਨੇ ਅਤੇ ਸਾਲਾਂ ਤੱਕ ਸੂਰਜ ਨੂੰ ਨਹੀਂ ਵੇਖਿਆ, ਨਾ ਹੀ ਚੰਦਰਮਾ ਨੂੰ, ਨਾ ਹੀ ਹਰਿਆਲੀ ਜਾਂ ਫੁੱਲਾਂ ਨੂੰ ਵੇਖਿਆ। ਮੈਂ ਆਪਣੇ 6x6 ਦੇ ਕਮਰੇ ਵਿੱਚ ਇਕੱਲਾ ਬੰਦ ਸੀ, ਜਿੱਥੇ ਬਦਬੂਦਾਰ ਹਵਾ ਵਿੱਚ ਸਾਹ ਲੈਣਾ ਪੈਂਦਾ ਸੀ। ਇਸ ਤਰ੍ਹਾਂ ਦੀ ਕਹਾਣੀ ਸਾਨੂੰ ਉਤਪਤੀ 40 ਅਧਿਆਏ 1 ਵਚਨ ਤੋਂ ਲੈ ਕੇ 23 ਵਚਨਾਂ ਵਿੱਚ ਵੇਖਣ ਨੂੰ ਮਿਲਦੀ ਹੈ। ਇਸ ਲੇਖ ਦੀ ਸ਼ੁਰੂਆਤ ਵਿੱਚ 11 ਸਾਲ ਬੀਤ ਚੁੱਕੇ ਹਨ ਜਦ ਯੂਸੁਫ ਨੂੰ ਉਸ ਦੇ ਭਰਾਵਾਂ ਨੇ ਮਿਸਰੀਆਂ ਨੂੰ ਵੇਚ ਦਿੱਤਾ ਸੀ। ਜੇ ਤੁਸੀਂ ਉਸ ਵੇਲੇ ਦੀ ਉਸ ਦੀ ਉਮਰ ਨੂੰ ਜਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਬੜੇ ਧਿਆਨ ਨਾਲ ਸ਼ਾਸਤਰ ਨੂੰ ਵੇਖਣਾ ਪਵੇਗਾ। ਐਤ 37 ਅਧਿਆਏ 2 ਵਿੱਚ ਸਾਨੂੰ ਦੱਸਿਆ ਗਿਆ ਕਿ ਉਸ ਦੀ ਉਮਰ 17 ਸਾਲ ਸੀ। ਫਿਰ ਅਧਿਆਏ 41 ਦੇ 46 ਵਿੱਚ ਸਾਨੂੰ ਦੱਸਿਆ ਗਿਆ ਹੈ ਜਦ ਉਹ ਮਿਸਰ ਦੇ ਰਾਜਾ ਫਿਰੌਨ ਦੇ ਸਨਮੁਖ ਖੜਾ ਹੋਇਆ ਤੇ ਉਹ 30 ਵਰ੍ਹਿਆਂ ਦਾ ਸੀ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਉਹ ਪੋਤੀਫਰ ਅਤੇ ਪਰਮੇਸ਼ਰ ਦੇ ਪ੍ਰਤੀ ਵਫਾਦਾਰ ਸੀ, ਪਰ ਪੋਤੀਫਰ ਦੀ ਪਤਨੀ ਨੇ ਉਸ ਉੱਤੇ ਕਲੰਕ ਲਗਾਇਆ। ਪੋਤੀਫਰ ਨੇ ਉਸ ਨੂੰ ਕੈਦ ਵਿੱਚ ਭੇਜਿਆ, ਜਿਸ ਕੈਦ ਵਿੱਚ ਅੱਛੇ ਲੋਕਾਂ ਨੂੰ ਰੱਖਿਆ ਜਾਂਦਾ ਸੀ। 40 ਅਧਿਆਏ ਦੀ ਪਹਿਲੀਆਂ 4 ਐਤਾਂ ਸਾਨੂੰ ਦੱਸਦੀਆਂ ਹਨ ਕਿ ਇਹ ਆਮ ਜੇਲ੍ਹ ਨਹੀਂ ਸੀ। ਇਸ ਦੇ ਅੰਦਰ ਸ਼ਾਹੀ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਇਸ ਵਿੱਚ ਸ਼ਾਹੀ ਕੈਦੀਆਂ ਨੂੰ ਆਮ ਮੁਲਜ਼ਮਾਂ ਤੋਂ ਅਲੱਗ ਰੱਖਿਆ ਜਾਂਦਾ ਸੀ। ਸ਼ਾਸਤਰ ਦੱਸਦਾ ਹੈ,
ਥੋੜੇ ਸਮੇਂ ਦੇ ਬਾਅਦ ਉੱਥੇ ਦੋ ਹੋਰ ਸ਼ਾਹੀ ਕੈਦੀ ਆ ਗਏ। ਮਿਸਰ ਦਾ ਰਾਜਾ ਆਪਣੇ ਸਾਥੀ ਨਾਲ ਅਤੇ ਰਸੋਈਏ ਨਾਲ ਨਾਰਾਜ਼ ਹੋਇਆ ਅਤੇ ਉਹਨਾਂ ਨੂੰ ਇਸ ਸ਼ਾਹੀ ਜੇਲ੍ਹ ਵਿੱਚ ਭੇਜ ਦਿੱਤਾ। ਉਹਨਾਂ ਨੇ ਕੀ ਕੀਤਾ ਸੀ, ਇਸ ਬਾਰੇ ਸਾਨੂੰ ਨਹੀਂ ਦੱਸਿਆ ਗਿਆ ਹੈ, ਪਰ ਅਸੀਂ ਇਹ ਜਾਣਦੇ ਹਾਂ ਕਿ ਉਹ ਪ੍ਰਧਾਨ ਸਾਖੀ ਅਤੇ ਰਸੋਈਆ ਦਾ ਇਹ ਕੰਮ ਸੀ ਕਿ ਉਹ ਰਾਜੇ ਦੇ ਭੋਜਨ ਅਤੇ ਸ਼ਰਾਬ ਨੂੰ ਚਖਣ, ਕਿਤੇ ਉਸ ਵਿੱਚ ਜ਼ਹਿਰ ਤਾਂ ਨਹੀਂ ਜਿਸ ਦੇ ਕਾਰਨ ਰਾਜਾ ਮਰ ਨਾ ਜਾਵੇ। ਅਸੀਂ ਇਹ ਸੋਚ ਸਕਦੇ ਹਾਂ ਕਿ ਸ਼ਾਇਦ ਇਹਨਾਂ ਨੇ ਰਾਜੇ ਨੂੰ ਚੰਗੀ ਤਰ੍ਹਾਂ ਭੋਜਨ ਅਤੇ ਸ਼ਰਾਬ ਪਰੋਸਣ ਵਿੱਚ ਕੁਝ ਗਲਤੀ ਕੀਤੀ ਹੋਵੇਗੀ। ਹੁਣ ਉਹ ਕੈਦ ਵਿੱਚ ਹਨ ਅਤੇ ਸ਼ਾਸਤਰ ਦੱਸਦਾ ਹੈ, ਯੂਸੁਫ ਨੇ ਇੱਕ ਦਿਨ ਸਵੇਰੇ ਉਹਨਾਂ ਦੇ ਚਿਹਰੇ ਉੱਤੇ ਉਦਾਸੀ ਵੇਖੀ ਅਤੇ ਉਸ ਨੇ ਉਹਨਾਂ ਨੂੰ ਪੁੱਛਿਆ, ਤੁਸੀਂ ਇੰਨੇ ਉਦਾਸ ਕਿਉਂ ਹੋ? ਤਾਂ ਉਹਨਾਂ ਨੇ ਉਸ ਨੂੰ ਆਖਿਆ, ਅਸਾਂ ਇੱਕ ਸੁਪਨਾ ਡਿੱਠਾ ਹੈ ਜਿਸ ਦਾ ਅਰਥ ਕਰਨ ਵਾਲਾ ਕੋਈ ਨਹੀਂ ਹੈ। ਤਾਂ ਯੂਸੁਫ ਨੇ ਉਹਨਾਂ ਨੂੰ ਆਖਿਆ, ਕੀ ਅਰਥ ਕਰਨਾ ਪਰਮੇਸ਼ਰ ਦਾ ਕੰਮ ਨਹੀਂ ਹੈ? ਤੁਸੀਂ ਮੈਨੂੰ ਦੱਸੋ, ਮੈਂ ਪਰਮੇਸ਼ਰ ਦੀ ਸਹਾਇਤਾ ਨਾਲ ਇਸ ਦੀ ਵਿਆਖਿਆ ਕਰਾਂਗਾ। ਸਾਕੀਆਂ ਦੇ ਸਰਦਾਰ ਦਾ ਸੁਪਨਾ ਅਧਿਆਇ 40 ਦੀ ਐਤ 9 ਤੋਂ 15 ਵਿੱਚ ਦਰਜ ਹੈ। ਉਸ ਨੇ ਸੁਪਨੇ ਵਿੱਚ ਦਾਖ ਦੀ ਇੱਕ ਵੇਲ ਆਪਣੇ ਸਨਮੁਖ ਵੇਖੀ ਸੀ ਔਰ ਉਸ ਵੇਲ ਵਿੱਚ 3 ਟਹਿਣੀਆਂ ਸਨ ਔਰ ਜਾਣੋ ਉਹਨਾਂ ਨੂੰ ਕਲੀਆਂ ਨਿਕਲੀਆਂ ਔਰ ਫੁੱਲ ਲੱਗੇ ਔਰ ਉਸ ਦੇ ਗੁੱਛਿਆਂ ਵਿੱਚ ਦਾਖ ਪੱਕ ਗਈ ਔਰ ਮੈਂ ਦਾਖ ਨੂੰ ਲੈ ਕੇ ਫਿਰੌਨ ਦੇ ਪਿਆਲੇ ਵਿੱਚ ਨਿਚੋੜਿਆ ਅਤੇ ਉਹ ਪਿਆਲਾ ਉਸ ਨੂੰ ਪਰੋਸਿਆ। ਅਤੇ ਯੂਸੁਫ ਇਸ ਸੁਪਨੇ ਦਾ ਅਰਥ ਦੱਸਦਾ ਹੈ ਕਿ ਉਹ 3 ਟਹਿਣੀਆਂ 3 ਦਿਨ ਹਨ। ਇਹਨਾਂ 3 ਦਿਨਾਂ ਵਿੱਚ ਫਿਰੌਨ ਉਸ ਨੂੰ ਉਸ ਦੇ ਅਹੁਦੇ ਉੱਤੇ ਫਿਰ ਖੜਾ ਕਰੇਗਾ। ਹੁਣ ਰਸੋਈਏ ਦੇ ਸਰਦਾਰ ਨੇ ਵੇਖਿਆ ਕਿ ਅਰਥ ਤਾਂ ਚੰਗਾ ਹੈ, ਤਾਂ ਉਸ ਨੇ ਯੂਸੁਫ ਨੂੰ ਆਖਿਆ, ਮੈਂ ਵੀ ਸੁਪਨੇ ਵਿੱਚ ਸਾਂ, ਤਾਂ ਵੇਖੋ ਮੇਰੇ ਸਿਰ ਉੱਤੇ ਚਿੱਟੀਆਂ ਰੋਟੀਆਂ ਦੀਆਂ 3 ਟੋਕਰੀਆਂ ਸਨ ਔਰ ਸਭ ਤੋਂ ਉੱਪਰਲੀ ਟੋਕਰੀ ਵਿੱਚ ਫਿਰੌਨ ਲਈ ਨਾਨਾ ਪ੍ਰਕਾਰ ਦਾ ਪਕਾਇਆ ਹੋਇਆ ਭੋਜਨ ਸੀ ਔਰ ਪੰਛੀ ਮੇਰੇ ਸਿਰ ਉਤਲੀ ਟੋਕਰੀ ਵਿੱਚੋਂ ਖਾਂਦੇ ਸਨ। ਤਾਂ ਯੂਸੁਫ ਨੇ ਉੱਤਰ ਦੇ ਕੇ ਆਖਿਆ ਕਿ ਇਸ ਦਾ ਅਰਥ ਇਹ ਹੈ ਕਿ ਇਹ 3 ਟੋਕਰੀਆਂ 3 ਦਿਨ ਹਨ। ਇਹਨਾਂ 3 ਦਿਨਾਂ ਵਿੱਚ ਫਿਰੌਨ ਤੇਰਾ ਸਿਰ ਤੇਰੇ ਉੱਤੋਂ ਲਾ ਛੱਡੇਗਾ ਔਰ ਤੈਨੂੰ ਇੱਕ ਰੁੱਖ ਨਾਲ ਟੰਗ ਦੇਵੇਗਾ ਔਰ ਪੰਛੀ ਤੇਰਾ ਮਾਸ ਤੇਰੇ ਉੱਤੋਂ ਖਾਣਗੇ। ਤੀਜੇ ਦਿਨ ਜਿਹੜਾ ਫਿਰੌਨ ਦਾ ਜਨਮ ਦਿਨ ਸੀ, ਉਸ ਨੇ ਸਰਦਾਰ ਸਾਖੀ ਨੂੰ ਤਾਂ ਉਹਦੇ ਉੱਤੇ ਮੁੜ ਕੇ ਲਾ ਲਿਆ, ਪਰ ਉਸ ਨੇ ਸਰਦਾਰ ਰਸੋਈਏ ਨੂੰ ਫਾਂਸੀ ਦੇ ਦਿੱਤੀ, ਜਿਵੇਂ ਯੂਸੁਫ ਨੇ ਉਹਨਾਂ ਨੂੰ ਦੱਸਿਆ ਸੀ ਕਿ ਇਸ ਤਰ੍ਹਾਂ ਹੋਵੇਗਾ। ਕਹਾਣੀ ਦਾ ਮਕਸਦ ਇਹ ਨਹੀਂ ਹੈ ਕਿ ਸਾਨੂੰ ਇਤਿਹਾਸ ਦੇ ਬਾਰੇ ਦੱਸਿਆ ਜਾਵੇ। ਕਹਾਣੀ ਦਾ ਮਕਸਦ ਤਾਂ ਸਾਨੂੰ ਯਾਦ ਕਰਾਉਣਾ ਹੈ ਕਿ ਯੂਸੁਫ ਪ੍ਰਧਾਨ ਸਾਖੀ ਨੂੰ ਵਾਪਸ ਅਹੁਦੇ ਤੇ ਜਾਣ ਤੋਂ ਪਹਿਲਾਂ ਆਖਦਾ ਹੈ, ਜਦ ਤੂੰ ਆਪਣੇ ਅਹੁਦੇ ਤੇ ਵਾਪਸ ਜਾਏ ਤਾਂ ਮੈਨੂੰ ਯਾਦ ਰੱਖੀ, ਕਿਉਂ ਜੋ ਮੈਂ ਬੇਇਨਸਾਫੀ ਨਾਲ ਇਸ ਕੈਦ ਵਿੱਚ ਹਾਂ। ਮੈਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਜਿਸ ਕਰਕੇ ਮੈਨੂੰ ਕੈਦ ਵਿੱਚ ਰੱਖਿਆ ਗਿਆ ਹੈ। ਅਤੇ ਸ਼ਾਸਤਰ ਸਾਨੂੰ ਦੱਸਦਾ ਹੈ ਕਿ ਜਦ ਉਹ ਸਰਦਾਰ ਸਾਕੀ ਆਪਣੇ ਅਹੁਦੇ ਉੱਤੇ ਮੁੜ ਲੈ ਲਿਆ ਗਿਆ ਤਾਂ ਜੋ ਉਹ ਫਿਰੌਨ ਦੀ ਹਥੇਲੀ ਉੱਤੇ ਪਿਆਲਾ ਰੱਖ ਸਕੇ। ਅਤੇ 23 ਐਤ ਸਾਨੂੰ ਦੱਸਦੀ ਹੈ, ਪਰ ਸਰਦਾਰ ਸਾਖੀ ਨੇ ਯੂਸੁਫ ਨੂੰ ਚੇਤੇ ਨਾ ਰੱਖਿਆ, ਸਗੋਂ ਉਹ ਉਹਨੂੰ ਭੁੱਲ ਗਿਆ। ਸਾਖੀ ਕਿਉਂ ਭੁੱਲ ਗਿਆ ਸੀ ਅਸੀਂ ਨਹੀਂ ਜਾਣਦੇ, ਪਰ ਅਸੀਂ ਇਹ ਯਕੀਨ ਕਰ ਸਕਦੇ ਹਾਂ ਉਸ ਦੀ ਯਾਦਾਸ਼ਤ ਵਿੱਚ ਕਮੀ ਨਹੀਂ ਸੀ। ਹੋ ਸਕਦਾ ਹੈ ਉਸ ਨੇ ਜਾਣ ਬੁੱਝ ਕੇ ਇਸ ਨੂੰ ਯਾਦ ਨਾ ਰੱਖਿਆ ਹੋਵੇ। ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਉਹ ਫਿਰੌਨ ਨੂੰ ਯੂਸੁਫ ਦੇ ਛੁਟਕਾਰੇ ਲਈ ਇਸ ਲਈ ਨਾ ਕਹਿਣਾ ਚਾਹੁੰਦਾ ਹੋਵੇ ਕਿ ਕਿਤੇ ਫਿਰੌਨ ਇਹ ਨਾ ਸਮਝ ਲਵੇ ਕਿ ਇਹ ਉਸ ਦੀ ਰਾਜਨੀਤੀ ਵਿੱਚ ਦਖਲ ਕਰ ਰਿਹਾ ਹੈ। ਅਤੇ ਸ਼ਾਸਤਰ ਦੱਸਦਾ ਹੈ, ਇਸ ਲਈ ਪੂਰੇ 2 ਸਾਲ ਤੱਕ ਯੂਸੁਫ ਦਾ ਨਾਮ ਉਸ ਪ੍ਰਧਾਨ ਸਾਕੀ ਨੇ ਨਾ ਲਿਆ। ਕਹਾਣੀ ਦੇ ਦੂਜੇ ਚਰਨ ਵਿੱਚ ਅਸੀਂ ਵੇਖਦੇ ਹਾਂ ਕਿ ਪਰਮੇਸ਼ਵਰ ਨੇ ਯੂਸੁਫ ਦੇ ਪ੍ਰਤੀ ਆਪਣੀ ਯੋਜਨਾ ਨੂੰ ਜੇਲ੍ਹ ਵਿੱਚ ਪੂਰਾ ਕਰਨਾ ਸੀ, ਇਸ ਲਈ ਸਾਕੀ ਨੇ ਉਹਨੂੰ ਚੇਤੇ ਨਾ ਰੱਖਿਆ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਗੱਲ ਸਾਨੂੰ ਸਭ ਨੂੰ ਯਾਦ ਕਰਾਉਂਦੀ ਹੈ ਕਿ ਮੁਸੀਬਤ ਵਿੱਚ ਸਾਡੇ ਲਈ ਲਾਭ ਹੈ। ਜਿਸ ਤਰ੍ਹਾਂ ਅਸੀਂ ਯੂਸੁਫ ਨੂੰ ਇਸ ਹਾਲਤ ਵਿੱਚ ਵੇਖਦੇ ਹਾਂ, ਅਸੀਂ ਉਸ ਤੋਂ ਸਮਝ ਸਕਦੇ ਹਾਂ ਕਿ ਪਰਮੇਸ਼ਰ ਕੋਲ ਸਾਡੇ ਹਰੇਕ ਲਈ ਇੱਕ ਖਾਸ ਮਕਸਦ ਹੁੰਦਾ ਹੈ। ਮੁਸੀਬਤਾਂ ਆਉਣਗੀਆਂ ਅਤੇ ਉਹਨਾਂ ਦੇ ਦੁੱਖ ਵਿੱਚ ਪਰਮੇਸ਼ਰ ਸਾਨੂੰ ਕੁਝ ਸਿਖਾਉਣਾ ਚਾਹੁੰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਸਿੱਖੀਏ। ਪਰਮੇਸ਼ਰ ਇਸ ਤਰ੍ਹਾਂ ਦੀ ਮੁਸੀਬਤਾਂ ਸਾਡੇ ਜੀਵਨ ਵਿੱਚ ਕਿਉਂ ਆਉਣ ਦਿੰਦਾ ਹੈ?
ਮੈਂ ਤੁਹਾਡੇ ਨਾਲ ਇਹਨਾਂ ਮੁਸੀਬਤਾਂ ਦੇ ਫਾਇਦਿਆਂ ਦੇ ਬਾਰੇ ਅੱਜ ਸੰਦੇਸ਼ ਵਿੱਚ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਗੱਲਬਾਤ ਕਰਨ ਜਾ ਰਿਹਾ ਹਾਂ। ਤੁਸੀਂ ਬੜੇ ਧਿਆਨ ਦੇ ਨਾਲ ਇਹਨਾਂ ਵਚਨਾਂ ਨੂੰ ਸੁਣਨਾ। ਨੰਬਰ 1, ਸਮੱਸਿਆਵਾਂ ਸਾਨੂੰ ਵੱਡੇ ਅਵਸਰ ਪ੍ਰਦਾਨ ਕਰਦੀਆਂ ਹਨ। ਸਭ ਤੋਂ ਪਹਿਲਾਂ ਸਮੱਸਿਆਵਾਂ ਸਾਨੂੰ ਅਕਸਰ ਪਰਮੇਸ਼ਰ ਵੱਲੋਂ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਉਹ ਸਾਨੂੰ ਵੱਡੇ ਅਵਸਰ ਪ੍ਰਦਾਨ ਕਰ ਸਕਣ ਅਤੇ ਅਸੀਂ ਪਰਮੇਸ਼ਰ ਦੇ ਬੱਚੇ ਹੋਣ ਦੇ ਨਾਤੇ ਸਿੱਖਣ ਦੀ ਕੋਸ਼ਿਸ਼ ਕਰੀਏ ਕਿ ਕਿਸ ਤਰ੍ਹਾਂ ਇਹਨਾਂ ਦਾ ਸਾਹਮਣਾ ਕਰਨਾ ਹੈ। ਇਹ ਇੱਕ ਮਜ਼ੇਦਾਰ ਗੱਲ ਹੈ ਕਿ ਨਵੇਂ ਨੇਮ ਦਾ ਜ਼ਿਆਦਾਤਰ ਹਿੱਸਾ, ਜਿਨ੍ਹਾਂ ਨੂੰ ਅਸੀਂ ਪੱਤਰੀਆਂ ਆਖਦੇ ਹਾਂ, ਕੈਦ ਵਿੱਚ ਹੀ ਲਿਖੀਆਂ ਗਈਆਂ। ਪ੍ਰਕਾਸ਼ ਦੀ ਪੋਥੀ ਜੋ ਸਾਨੂੰ ਬਹੁਤ ਵੱਡੀ ਆਸ਼ੀਸ਼ ਦਿੰਦੀ ਹੈ, ਉਸ ਵਿੱਚ ਆਉਣ ਵੇਲੇ ਸਮੇਂ ਦੀ ਪੂਰੀ ਰੂਪ ਰੇਖਾ ਹੈ। ਉਹ ਯਹੂਨਾ ਚੇਲੇ ਨੇ ਉਸ ਵੇਲੇ ਲਿਖੀ ਜਦ ਉਹ ਪਤਮਸ ਟਾਪੂ ਵਿੱਚ ਕੈਦ ਸੀ ਅਤੇ ਪਰਮੇਸ਼ਰ ਯੂਸੁਫ ਨੂੰ ਸਿਖਾਉਣਾ ਚਾਹੁੰਦਾ ਸੀ ਕਿ ਉਹ ਕੈਦ ਵਿੱਚ ਅਹਿਸਾਸ ਕਰੇ ਕਿ ਉਸ ਨੇ ਉਸ ਨੂੰ ਭੁਲਾਇਆ ਨਹੀਂ ਹੈ ਅਤੇ ਉਹ ਆਪਣੀ ਦਇਆ ਦੀ ਨਜ਼ਰਾਂ ਨਾਲ ਉਸ ਨੂੰ ਵੇਖ ਰਿਹਾ ਹੈ। ਜਦ ਉਹ ਕੈਦ ਵਿੱਚ ਸੀ, ਪਰਮੇਸ਼ਰ ਉਸ ਨਾਲ ਸਬੰਧ ਬਣਾਏ ਹੋਏ ਸੀ ਅਤੇ ਉਸ ਦੇ ਸੁਪਨੇ ਨੂੰ ਜੋ ਉਸਨੇ ਆਪਣੇ ਲੜਕਪਨ ਦੇ ਦੌਰਾਨ ਵੇਖੇ ਸੀ, ਪੂਰਾ ਕੀਤਾ ਜਾ ਸਕੇ। ਮੈਨੂੰ ਯਾਦ ਹੈ, ਮੈਂ ਇੱਕ ਵਾਰ ਚਾਰਲਸ ਕੌਂਸਲ ਨੂੰ ਇੱਕ ਮੀਟਿੰਗ ਵਿੱਚ ਇਹ ਸਪੀਚ ਦਿੰਦੇ ਹੋਏ ਸੁਣ ਰਿਹਾ ਸੀ। ਜਦ ਉਹ ਕੈਦ ਵਿੱਚੋਂ ਛੁੱਟ ਕੇ ਆਇਆ ਸੀ, ਉਸਨੇ ਆਖਿਆ, ਮੈਂ ਮਸੀਹ ਹੋਣ ਦੇ ਨਾਤੇ 7 ਮਹੀਨੇ ਕੈਦ ਵਿੱਚ ਬਿਤਾਏ ਜੋ ਬਹੁਤ ਹੀ ਦੁਖਦਾਈ ਸਨ, ਪਰ ਉਸ ਦੌਰਾਨ ਮੈਂ ਬਹੁਤ ਕੁਝ ਸਿੱਖਿਆ। ਕੈਦ ਵਿੱਚ ਉਸਨੇ ਪਰਮੇਸ਼ਰ ਨੂੰ ਜਾਣਿਆ ਅਤੇ ਪਰਮੇਸ਼ਰ ਨਾਲ ਤੁਰਿਆ ਅਤੇ ਪਰਮੇਸ਼ਰ ਨਾਲ ਸੰਗਤੀ ਕਰਨ ਦੀ ਕੀਮਤ ਨੂੰ ਜਾਣਿਆ ਅਤੇ ਮਸੀਹ ਵਿੱਚ ਦੂਜੇ ਭਰਾਵਾਂ ਨਾਲ ਇੱਕ ਹੋਣ ਦੀ ਮਹੱਤਤਾ ਨੂੰ ਸਮਝ ਪਾਇਆ। ਹਾਂ, ਕਈ ਵਾਰ ਸਾਡੇ ਜੀਵਨ ਵਿੱਚ ਪਰੇਸ਼ਾਨੀਆਂ ਦਾ ਆਉਣਾ ਜ਼ਰੂਰੀ ਹੁੰਦਾ ਹੈ, ਕਿਉਂ ਜੋ ਪਰੇਸ਼ਾਨੀਆਂ ਦਾ ਮਤਲਬ ਹੁੰਦਾ ਹੈ ਕਿ ਪਰਮੇਸ਼ਰ ਸਾਨੂੰ ਦੂਜੇ ਅਵਸਰ ਦੇਣਾ ਚਾਹੁੰਦਾ ਹੈ ਜੋ ਸਾਡੇ ਲਾਭ ਦੇ ਹੁੰਦੇ ਹਨ। ਨੰਬਰ 2, ਸਮੱਸਿਆਵਾਂ ਸਾਡੀ ਆਤਮਿਕ ਪਰਪੱਕਤਾ ਨੂੰ ਮਜ਼ਬੂਤ ਕਰਦੀਆਂ ਹਨ। ਸਮੱਸਿਆਵਾਂ ਦੇ ਬਾਰੇ ਦੂਜੀ ਚੀਜ਼ ਵੱਲ ਮੈਂ ਧਿਆਨ ਦਿੱਤਾ, ਉਹ ਇਹ ਹੈ, ਸਮੱਸਿਆਵਾਂ ਸਾਡੀ ਆਤਮਿਕ ਪਰਪੱਕਤਾ ਨੂੰ ਮਜ਼ਬੂਤ ਕਰਦੀਆਂ ਹਨ। ਸਾਡੇ ਪ੍ਰਭੂ ਤੋਂ ਵੱਧ ਕੇ ਕਿਸੇ ਹੋਰ ਵਿਅਕਤੀ ਨੂੰ ਨਾ ਹੀ ਯੂਸੁਫ ਨੇ ਇੰਨਾ ਵੱਡੇ ਦੁੱਖ ਦਾ ਅਹਿਸਾਸ ਕਦੇ ਨਹੀਂ ਕੀਤਾ ਹੋਵੇਗਾ। ਯੂਸੁਫ ਆਪਣੇ ਪਿਤਾ ਦਾ ਆਗਿਆਕਾਰੀ ਸੀ ਅਤੇ ਇਸ ਲਈ ਉਸ ਨੂੰ ਇਹ ਇਨਾਮ ਮਿਲਿਆ ਕਿ ਉਸ ਨੂੰ ਖੂਹ ਵਿੱਚ ਸੁੱਟ ਦਿੱਤਾ ਗਿਆ ਅਤੇ ਫਿਰ ਉਸ ਨੂੰ ਮਿਸਰੀਆਂ ਅੱਗੇ ਵੇਚ ਦਿੱਤਾ ਤਾਂ ਕਿ ਉਹ ਉਸ ਨੂੰ ਗੁਲਾਮ ਬਣਾ ਲੈਣ। ਉਹ ਪਰਮੇਸ਼ਰ ਦੇ ਪ੍ਰਤੀ ਵਫਾਦਾਰ ਬਣਿਆ ਰਿਹਾ ਅਤੇ ਨੈਤਿਕਤਾ ਅਤੇ ਪਵਿੱਤਰਤਾਈ ਵਿੱਚ ਖੜਾ ਰਿਹਾ ਅਤੇ ਇਸ ਦਾ ਇਨਾਮ ਇਹ ਮਿਲਿਆ ਕਿ ਪੋਤੀਪੋਰਾ ਦੀ ਪਤਨੀ ਨੇ ਉਸ ਉੱਤੇ ਕਲੰਕ ਲਾਇਆ ਅਤੇ ਉਸ ਨੂੰ ਕੈਦ ਵਿੱਚ ਜਾਣਾ ਪਿਆ। ਕੈਦਖਾਨੇ ਵਿੱਚ ਉਸ ਨੇ ਇਮਾਨਦਾਰੀ ਨਾਲ ਇੱਕ ਮਨੁੱਖ ਦੇ ਸੁਪਨੇ ਦਾ ਅਰਥ ਦੱਸਿਆ ਅਤੇ ਉਸ ਮਨੁੱਖ ਨੇ ਵਾਅਦਾ ਕੀਤਾ ਕਿ ਉਹ ਉਸ ਨੂੰ ਯਾਦ ਰੱਖੇਗਾ। ਪਰ ਸ਼ਾਸਤਰ ਦੱਸਦਾ ਹੈ ਕਿ ਜਦ ਉਹ ਆਪਣੇ ਰਾਜ ਵਿੱਚ ਗਿਆ ਤਾਂ ਉਸ ਨੂੰ ਭੁੱਲ ਗਿਆ। ਉਸ ਨੇ ਪ੍ਰਧਾਨ ਸਾਖੀ ਦੀ ਸਹਾਇਤਾ ਕੀਤੀ ਸੀ ਅਤੇ ਉਹ ਉਸ ਨੂੰ 2 ਸਾਲ ਤੱਕ ਭੁੱਲਿਆ ਰਿਹਾ। ਅਸੀਂ ਵੇਖਦੇ ਹਾਂ ਕਿ ਯੂਸੁਫ ਨੇ ਕਿੰਨੀ ਭਲਾਈ ਕੀਤੀ, ਨਤੀਜਾ ਦੁੱਖ ਅਤੇ ਕਸ਼ਟ ਸਹਿਣਾ ਪਿਆ। ਪਰ ਤੁਸੀਂ ਧਿਆਨ ਦਿਓ, ਇੱਕ ਜਗ੍ਹਾ ਤੇ ਵੀ ਐਸਾ ਸਬੂਤ ਨਹੀਂ ਮਿਲਦਾ ਕਿ ਯੂਸੁਫ ਨੇ ਇੱਕ ਵਾਰ ਵੀ ਸ਼ਿਕਾਇਤ ਕੀਤੀ ਹੋਵੇ। ਐਤ 15 ਵਿੱਚ ਉਹ ਸਾਖੀ ਨੂੰ ਜ਼ਰੂਰ ਆਖਦਾ ਹੈ ਕਿ ਉਸ ਨਾਲ ਬੇਇਨਸਾਫੀ ਹੋਈ ਹੈ, ਪਰ ਇਹ ਸ਼ਿਕਾਇਤ ਨਹੀਂ ਹੈ, ਇਹ ਤਾਂ ਇੱਕ ਸੱਚੀ ਗੱਲ ਹੈ। ਪਰਮੇਸ਼ਰ ਨਾਲ ਨਾਰਾਜ਼ ਹੋਣ ਦੀ ਬਜਾਏ ਪਰਮੇਸ਼ਰ ਨੂੰ ਕੋਈ ਗਿਲਾ ਨਹੀਂ ਕਰਦਾ ਅਤੇ ਚਾਹੁੰਦਾ ਹੈ ਕਿ ਉਹ ਉਸ ਨੂੰ ਇਸਤੇਮਾਲ ਕਰੇ ਤਾਂ ਕਿ ਉਹ ਹੋਰ ਮਜ਼ਬੂਤ ਬਣ ਸਕੇ। ਜੇ ਤੁਸੀਂ ਯੂਸੁਫ ਦੇ ਪੁਰਾਣੇ ਜੀਵਨ ਨੂੰ ਵੇਖੋ ਤਾਂ ਇਹ ਸਮਝਣਾ ਮੁਸ਼ਕਲ ਨਹੀਂ ਹੈ ਕਿ ਉਸ ਦਾ ਜੀਵਨ ਬੜਾ ਨਾਜ਼ੁਕ ਸੀ। ਜਦ ਉਹ ਬੱਚਾ ਸੀ, ਜਦ ਉਸ ਦੇ ਭਰਾ ਬਾਹਰ ਆਪਣੇ ਕੰਮਾਂ ਤੇ ਜਾਂਦੇ ਸੀ ਤਾਂ ਯੂਸੁਫ ਰੰਗ-ਬਿਰੰਗਾ ਕੋਟ ਪਾ ਕੇ ਘਰ ਵਿੱਚ ਘੁੰਮਦਾ ਸੀ। ਉਹ ਮਿਹਨਤ ਅਤੇ ਮੁਸ਼ੱਕਤ ਕਰ ਰਹੇ ਹੁੰਦੇ ਸੀ ਅਤੇ ਯੂਸੁਫ ਇੱਕ ਰਾਜਕੁਮਾਰ ਵਰਗਾ ਜੀਵਨ ਬਤੀਤ ਕਰ ਰਿਹਾ ਹੁੰਦਾ ਸੀ। ਜੇਕਰ ਪਰਮੇਸ਼ਰ ਯੂਸੁਫ ਨੂੰ ਇਸਤੇਮਾਲ ਕਰਨ ਜਾ ਰਿਹਾ ਸੀ ਤਾਂ ਉਸ ਨੂੰ ਮਜ਼ਬੂਤ ਕਰਨਾ ਜ਼ਰੂਰੀ ਸੀ। ਪਰਮੇਸ਼ਰ ਨੇ ਉਸ ਨੂੰ ਤਿਆਰ ਕਰਨਾ ਸੀ ਤਾਂ ਕਿ ਉਹ ਮਿਸਰ ਦਾ ਸਰਦਾਰ ਬਣ ਸਕੇ।
ਜਦ ਜਗਤ ਵਿੱਚ ਚਾਰੇ ਪਾਸੇ ਅਕਾਲ ਹੋਵੇ, ਇਸ ਲਈ ਉਸ ਦਾ ਮਜ਼ਬੂਤ ਹੋਣਾ ਜ਼ਰੂਰੀ ਸੀ। ਜ਼ਬੂਰਾਂ ਦੀ ਪੋਥੀ 105 ਅਧਿਆਏ 17 ਤੇ 18 ਵਿੱਚ ਅਸੀਂ ਯੂਸੁਫ ਦੇ ਬਾਰੇ ਪੜ੍ਹਦੇ ਹਾਂ ਕਿ ਪਰਮੇਸ਼ਰ ਨੇ ਉਹਨਾਂ ਦੇ ਅੱਗੇ ਇੱਕ ਮਨੁੱਖ ਘੱਲਿਆ। ਯੂਸੁਫ ਦਾਸ ਕਰਕੇ ਵੇਚਿਆ ਗਿਆ। ਉਹਨਾਂ ਨੇ ਉਹਦੇ ਪੈਰਾਂ ਨੂੰ ਬੇੜੀਆਂ ਨਾਲ ਦੁੱਖ ਦਿੱਤਾ। ਉਹ ਲੋਹੇ ਵਿੱਚ ਜਕੜਿਆ ਗਿਆ। ਇਹ ਐਤ ਕੁਝ ਇਸ ਤਰ੍ਹਾਂ ਦੱਸਦੀ ਹੈ, ਉਸ ਦੀ ਆਤਮਾ ਲੋਹੇ ਵਾਂਗੂ ਮਜ਼ਬੂਤ ਹੋ ਗਈ। ਇਸ ਹਫ਼ਤੇ ਮੈਂ ਪੁਰਾਣੀ ਇੰਗਲਿਸ਼ ਦੀ ਟਰਾਂਸਲੇਸ਼ਨ ਨੂੰ ਪੜ੍ਹਿਆ। ਉਹ ਇਸ ਤਰ੍ਹਾਂ ਦੱਸਦੀ ਹੈ, ਲੋਹਾ ਉਸ ਦੀ ਆਤਮਾ ਵਿੱਚ ਵੜ ਗਿਆ। ਜਦ ਯੂਸੁਫ ਕੈਦ ਤੋਂ ਬਾਹਰ ਆਇਆ, ਉਹ ਇੱਕ ਲੋਹੇ ਦੀ ਆਤਮਾ ਵਾਲਾ ਮਨੁੱਖ ਸੀ। ਉਹ ਬਹੁਤ ਬੁੱਧੀਮਾਨ ਅਤੇ ਹੌਸਲੇ ਵਾਲਾ ਮਨੁੱਖ ਸੀ। ਉਹ ਇਸ ਤਰ੍ਹਾਂ ਦਾ ਬਣ ਗਿਆ ਸੀ ਜਿਸ ਤਰ੍ਹਾਂ ਜਨਮ ਤੋਂ ਹੀ ਲੀਡਰ ਹੋਵੇ। ਉਹ ਤਿਆਰ ਸੀ ਕਿ ਅਕਾਲ ਦੇ ਸਮੇਂ ਸਾਹਮਣਾ ਕਰ ਸਕੇ, ਕਿਉਂਕਿ ਉਹਨੇ ਕੈਦ ਵਿੱਚ ਦੁੱਖ ਦਾ ਸਾਹਮਣਾ ਕੀਤਾ ਸੀ। ਉਹ ਮਿਸਰ ਦੀ ਸਰਕਾਰ ਵਿੱਚ ਉੱਚੇ ਅਹੁਦੇ ਤੇ ਪਹੁੰਚਿਆ। ਪਰਮੇਸ਼ਰ ਚਾਹੁੰਦਾ ਹੈ ਅਤੇ ਉਸ ਨੂੰ ਜ਼ਰੂਰਤ ਹੈ ਕਿ ਅੱਜ ਇਹੋ ਜਿਹੇ ਲੋਹੇ ਦੇ ਸੰਤ ਹੋਣ। ਪਰਮੇਸ਼ਰ ਸਾਨੂੰ ਥੋੜ੍ਹੀ ਪਰੇਸ਼ਾਨੀ ਵਿੱਚ ਜਾਣ ਦਿੰਦਾ ਹੈ ਅਤੇ ਥੋੜ੍ਹਾ ਦੁੱਖ ਦਿੰਦਾ ਹੈ ਅਤੇ ਸਮੱਸਿਆਵਾਂ ਵਿੱਚੋਂ ਲੰਘਣ ਦਿੰਦਾ ਹੈ, ਤਾਂ ਕਿ ਇਨਸਾਨ ਹੋਣ ਦੇ ਨਾਤੇ ਅਸੀਂ ਤੜਫ ਜਾਈਏ ਅਤੇ ਪਰਮੇਸ਼ਰ ਸਾਨੂੰ ਇਸ ਪਰੇਸ਼ਾਨੀ ਦੇ ਜ਼ਰੀਏ ਮਜ਼ਬੂਤ ਕਰਨਾ ਚਾਹੁੰਦਾ ਹੈ। ਸ਼ਾਸਤਰ ਇਬਰਾਨੀਆਂ 12 ਅਧਿਆਏ 11 ਵਿੱਚ ਇਸ ਤਰ੍ਹਾਂ ਆਖਦਾ ਹੈ, ਸਾਰੀ ਤਾੜਨਾ ਤਾਂ ਉਸ ਵੇਲੇ ਆਨੰਦ ਦੀ ਨਹੀਂ, ਸਗੋਂ ਸੋਗ ਦੀ ਗੱਲ ਸੂਝਦੀ ਹੈ, ਪਰ ਮਗਰੋਂ ਉਹ ਉਹਨਾਂ ਨੂੰ ਜਿਹੜੇ ਉਹਦੇ ਨਾਲ ਮਿਧਾਏ ਗਏ ਹਨ ਧਰਮ ਅਤੇ ਸ਼ਾਂਤੀਦਾਇਕ ਫਲ ਦਿੰਦੀ ਹੈ। ਮੈਂ ਇੱਥੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਤਾਕਤ ਦੁੱਖ ਦੇ ਜ਼ਰੀਏ ਮਿਲਦੀ ਹੈ, ਜੇ ਤੁਸੀਂ ਮਸੀਹ ਹੋ ਤਾਂ ਪਰਮੇਸ਼ਰ ਸਭ ਕੁਝ ਤੁਹਾਡੇ ਲਈ ਠੀਕ ਅਤੇ ਆਸਾਨ ਕਰਦਾ ਹੈ। ਕਿਸੇ ਨੇ ਇੱਕ ਵਾਰ ਆਖਿਆ ਸੀ, ਅਸੀਂ ਬਿਮਾਰ ਜਾਂ ਫੇਲ ਨਹੀਂ ਹੋ ਸਕਦੇ ਜੇ ਅਸੀਂ ਪਰਮੇਸ਼ਰ ਉੱਤੇ ਵਿਸ਼ਵਾਸ ਕਰਦੇ ਹਾਂ ਅਤੇ ਉਹ ਸਾਡੇ ਵਿਸ਼ਵਾਸ ਦਾ ਫਲ ਸਾਨੂੰ ਦਿੰਦਾ ਹੈ ਅਤੇ ਬਹੁਤ ਕੁਝ ਦੇ ਕੇ ਉਹ ਸਾਨੂੰ ਸੰਸਾਰਿਕ ਚੀਜ਼ਾਂ ਵਿੱਚ ਵੀ ਅਮੀਰ ਬਣਾ ਦਿੰਦਾ ਹੈ। ਪਰੇਸ਼ਾਨੀਆਂ ਤਾਂ ਪਰਮੇਸ਼ਰ ਵੱਲੋਂ ਤੋਹਫਾ ਹੈ ਜੋ ਸਾਡੀ ਆਤਮਾ ਨੂੰ ਲੋਹੇ ਵਰਗਾ ਬਣਾ ਕੇ ਸਾਨੂੰ ਮਜ਼ਬੂਤ ਬਣਾ ਦਿੰਦਾ ਹੈ। ਕੀ ਇਹ ਮਜ਼ੇਦਾਰ ਗੱਲ ਨਹੀਂ ਕਿ ਅਸੀਂ ਕਈ ਵਾਰ ਦੂਜਿਆਂ ਦੀ ਮੁਸੀਬਤਾਂ ਦੇ ਸਮੇਂ ਸਹਾਇਤਾ ਕਰਨ ਦਾ ਯਤਨ ਕਰਦੇ ਹਾਂ? ਇਹ ਸਾਡੇ ਮਜ਼ਬੂਤ ਹੋਣ ਦੇ ਕਾਰਨ ਹੀ ਹੁੰਦਾ ਹੈ। ਯੂਸੁਫ ਨਾਲ ਇਸ ਤਰ੍ਹਾਂ ਹੀ ਹੋਇਆ ਅਤੇ ਉਸ ਨੇ ਅਕਾਲ ਦੇ ਸਮੇਂ ਆਪਣੇ ਭਰਾਵਾਂ ਦੀ ਸਹਾਇਤਾ ਕੀਤੀ। ਜੇ ਪੋਤੀਫਰ ਨੂੰ ਉਸ ਨੂੰ ਕੈਦ ਵਿੱਚ ਨਾ ਭੇਜਿਆ ਹੁੰਦਾ ਤਾਂ ਯੂਸੁਫ ਇਸ ਉਚਾਈ ਤੇ ਕਦੇ ਨਹੀਂ ਪਹੁੰਚ ਸਕਦਾ ਸੀ। ਪਰੇਸ਼ਾਨੀਆਂ ਸਾਡੇ ਅੰਦਰ ਪੂਰਤਾ ਨੂੰ ਪੈਦਾ ਕਰਦੀਆਂ ਹਨ। ਨੰਬਰ 3, ਸਮੱਸਿਆਵਾਂ ਸਾਡੀ ਇਮਾਨਦਾਰੀ ਨੂੰ ਸਿੱਧ ਕਰਦੀਆਂ ਹਨ। ਤੀਸਰੀ ਚੀਜ਼, ਸਮੱਸਿਆਵਾਂ ਸਾਡੀ ਇਮਾਨਦਾਰੀ ਨੂੰ ਸਿੱਧ ਕਰਦੀਆਂ ਹਨ। ਜੇ ਸਾਡਾ ਚਰਿੱਤਰ ਠੀਕ ਹੈ ਤਾਂ ਸਮੱਸਿਆ ਉਸ ਨੂੰ ਬਦਲ ਨਹੀਂ ਸਕਦੀਆਂ। ਅਸੀਂ ਇਸ ਨੂੰ ਸਮਝਣ ਵਿੱਚ ਗਲਤੀ ਕਰ ਜਾਂਦੇ ਹਾਂ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਯੂਸੁਫ ਇੱਕ ਮਹਾਨ ਚਰਿੱਤਰ ਵਾਲਾ ਵਿਅਕਤੀ ਸੀ। ਉਸ ਦਾ ਚਰਿੱਤਰ ਆਪਣੇ ਆਪ ਵਿੱਚ ਮਿਸਾਲ ਸੀ, ਭਾਵੇਂ ਉਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਕਸਰ ਚਰਿੱਤਰ ਨੂੰ ਪ੍ਰਸਿੱਧੀ ਨਾਲ ਮਿਲਾ ਕੇ ਵੇਖਿਆ ਜਾਂਦਾ ਹੈ, ਪਰ ਦੋਹਾਂ ਵਿੱਚ ਬਹੁਤ ਅੰਤਰ ਹੈ। ਪ੍ਰਸਿੱਧੀ ਤਾਂ ਉਹ ਹੈ ਜੋ ਲੋਕ ਤੁਹਾਨੂੰ ਵੇਖ ਕੇ ਬਿਆਨ ਕਰਦੇ ਹਨ। ਚਰਿੱਤਰ ਉਹ ਹੈ ਜੋ ਅਸਲ ਵਿੱਚ ਤੁਸੀਂ ਹੋ। ਪ੍ਰਸਿੱਧੀ ਤਾਂ ਉਹ ਹੈ ਜੋ ਲੋਕ ਤੁਹਾਡੇ ਬਾਰੇ ਸੋਚਦੇ ਹਨ। ਚਰਿੱਤਰ ਉਹ ਹੈ ਜਿਸ ਨੂੰ ਪਰਮੇਸ਼ਰ ਤੁਹਾਡੇ ਬਾਰੇ ਜਾਣਦਾ ਹੈ। ਚਰਿੱਤਰ ਕਦੇ ਨਹੀਂ ਬਦਲਦਾ ਜਦ ਪ੍ਰਸਥਿਤੀਆਂ ਬਦਲ ਜਾਂਦੀਆਂ ਹਨ, ਕਿਉਂਕਿ ਤੁਸੀਂ ਵੇਖਿਆ ਹੈ, ਸਮੱਸਿਆਵਾਂ ਸਾਡੀ ਵਫ਼ਾਦਾਰੀ ਨੂੰ ਸਿੱਧ ਕਰਦੀਆਂ ਹਨ। ਮੈਂ ਲੋਕਾਂ ਨੂੰ ਅਕਸਰ ਕਹਿੰਦੇ ਹੋਏ ਸੁਣਦਾ ਹਾਂ, ਹਾਲਾਤ ਨੇ ਮੈਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ। ਉਹ ਨਹੀਂ, ਹਾਲਾਤ ਨੇ ਤਾਂ ਪ੍ਰਗਟ ਕਰ ਦਿੱਤਾ ਜੋ ਤੁਸੀਂ ਸੀ। ਜਦ ਅਸੀਂ ਜੀਵਨ ਵਿੱਚ ਕਿਸੇ ਸਮੱਸਿਆ ਦਾ ਸਾਹਮਣਾ ਕਰਦੇ ਹਾਂ ਤਾਂ ਇਹ ਪਰਮੇਸ਼ਰ ਲਈ ਬੜਾ ਅੱਛਾ ਅਵਸਰ ਹੁੰਦਾ ਹੈ ਕਿ ਉਹ ਸਾਡੇ ਚਰਿੱਤਰ ਨੂੰ ਅਤੇ ਵਫ਼ਾਦਾਰੀ ਨੂੰ ਦੂਜਿਆਂ ਦੇ ਸਾਹਮਣੇ ਪੇਸ਼ ਕਰੇ। ਨੰਬਰ 4, ਸਮੱਸਿਆਵਾਂ ਸਾਨੂੰ ਨਿਰਭਰ ਰਹਿਣ ਦੀ ਸਮਝ ਦਿੰਦੀਆਂ ਹਨ। ਚੌਥੀ ਚੀਜ਼, ਸਮੱਸਿਆ ਸਾਨੂੰ ਨਿਰਭਰ ਰਹਿਣ ਦੀ ਸਮਝ ਦਿੰਦੀਆਂ ਹਨ। ਹੁਣ ਅਸੀਂ 39 ਅਧਿਆਏ 20 ਤੇ 21 ਵਚਨ ਨੂੰ ਪੜ੍ਹਦੇ ਹਾਂ। ਉਪਰੰਤ ਯੂਸੁਫ ਦੇ ਸੁਆਮੀ ਨੇ ਉਸ ਨੂੰ ਲੈ ਕੇ ਉਸ ਕੈਦ ਵਿੱਚ ਪਾ ਦਿੱਤਾ ਜਿੱਥੇ ਸ਼ਾਹੀ ਕੈਦੀ ਸਨ, ਔਰ ਉੱਥੇ ਕੈਦ ਵਿੱਚ ਰਿਹਾ, ਪਰ ਯਹੋਵਾ ਯੂਸੁਫ ਦੇ ਨਾਲ ਸੀ। ਜਿੱਥੇ ਵੀ ਯੂਸੁਫ ਗਿਆ, ਪਰਮੇਸ਼ਰ ਉਹਦੇ ਨਾਲ ਗਿਆ। ਤੁਸੀਂ ਜਾਣਦੇ ਹੋ
ਕੇਵਲ ਇੱਕ ਹੀ ਚੀਜ਼ ਤੁਹਾਨੂੰ ਪਰਮੇਸ਼ਰ ਤੋਂ ਅਲੱਗ ਕਰ ਸਕਦੀ ਹੈ, ਸਮੱਸਿਆਵਾਂ ਨਹੀਂ, ਪਰ ਪਾਪ। ਜਦ ਤੱਕ ਤੁਸੀਂ ਪਰਮੇਸ਼ਰ ਦੇ ਸਾਹਮਣੇ ਆਪਣੇ ਜੀਵਨ ਨੂੰ ਪਵਿੱਤਰ ਅਤੇ ਧਰਮੀ ਬਣਾਏ ਰੱਖਦੇ ਹੋ, ਪਰਮੇਸ਼ਰ ਮਜਬੂਰ ਹੋ ਜਾਂਦਾ ਹੈ ਕਿ ਉਹ ਤੁਹਾਡੇ ਨਾਲ ਰਹੇ। ਪਰ ਪਾਪ ਤੁਹਾਨੂੰ ਪਰਮੇਸ਼ਰ ਤੋਂ ਅਲੱਗ ਕਰ ਦਿੰਦਾ ਹੈ। ਪਾਪ ਸੰਗਤੀ ਨੂੰ ਤੋੜ ਦਿੰਦਾ ਹੈ। ਪਰਮੇਸ਼ਰ ਪਾਬੰਦ ਹੈ ਕਿ ਉਹਨਾਂ ਨਾਲ ਰਹੇ ਜੋ ਉਸ ਦੇ ਨਾਲ ਚੱਲਦੇ ਹਨ, ਅਤੇ ਉਹ ਕੈਦ ਵਿੱਚ ਵੀ ਯੂਸਫ ਦੇ ਨਾਲ ਸੀ। ਗਰੀਫਤ ਥੋਮਸ ਨੇ ਕੁਝ ਲਾਈਨਾਂ ਲਿਖੀਆਂ ਹਨ ਜੋ ਯੂਸਫ ਦੀ ਸ਼ਕਤੀ ਨਾਲ ਮੇਲ ਖਾਂਦੀਆਂ ਹਨ। ਸੁਣੋ ਉਹ ਕੀ ਲਿਖਦਾ ਹੈ। ਉਹ ਆਖਦਾ ਹੈ, ਯੂਸਫ ਦੀ ਤਾਕਤ ਦਾ ਰਹੱਸ ਇਹ ਸੀ ਕਿ ਉਹ ਪਰਮੇਸ਼ਰ ਦੀ ਹਜ਼ੂਰੀ ਨੂੰ ਮਹਿਸੂਸ ਕਰਦਾ ਰਹਿੰਦਾ ਸੀ। ਪਰਮੇਸ਼ਰ ਨੇ ਉਹਨੂੰ ਭੁਲਾਇਆ ਨਹੀਂ ਸੀ, ਜਦ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਭੁਲਾ ਦਿੱਤਾ ਗਿਆ ਸੀ। ਜਦ ਕੋਈ ਮਨੁੱਖ ਇਹ ਭਰੋਸਾ ਕਰਦਾ ਹੈ ਕਿ ਉਹ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਚੱਲ ਰਿਹਾ ਹੈ ਅਤੇ ਪਰਮੇਸ਼ਰ ਤੇ ਭਰੋਸਾ ਕਰਕੇ ਧੀਰਜ ਕਰਦਾ ਹੈ, ਤਾਂ ਉਹ ਆਸ਼ੀਸ਼ ਪਾਉਂਦਾ ਹੈ। ਬੁਰਾਈ ਕੁਝ ਦੇਰ ਤੱਕ ਹੀ ਹੈ ਵੀ ਹੋ ਸਕਦੀ ਹੈ, ਪਰ ਉਹ ਕੁਝ ਦੇਰ ਲਈ ਹੀ ਹੁੰਦੀ ਹੈ। ਅਛਾਈ ਅਤੇ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਪਰਮੇਸ਼ਰ ਦੇ ਦਾਸਾਂ ਨੂੰ ਚਾਹੀਦਾ ਹੈ ਕਿ ਇੰਤਜ਼ਾਰ ਕਰਨ, ਨਿਮਾਣੇ ਹੋ ਕੇ ਅੱਗੇ ਵਧਣ, ਵਫਾਦਾਰ ਬਣੇ ਰਹਿਣ ਅਤੇ ਹਿੰਮਤ ਨਾਲ ਭਰੋਸਾ ਕਰਨ ਜਦ ਤੱਕ ਪਰਮੇਸ਼ਰ ਉਹਨਾਂ ਦੇ ਜੀਵਨ ਵਿੱਚ ਆਪਣੀ ਮਹਿਮਾ ਨੂੰ ਪ੍ਰਗਟ ਨਾ ਕਰ ਦੇਵੇ। ਤੁਸੀਂ ਜਾਣਦੇ ਹੋ ਯੂਸਫ ਨੂੰ ਕੀ ਸਮਝ ਆਈ ਜਦ ਉਹ ਕੈਦ ਵਿੱਚ ਸੀ। ਉਹ ਸਮਝ ਗਿਆ ਕਿ ਪਰਮੇਸ਼ਰ ਉਸ ਨੂੰ ਬਹੁਤ ਪਿਆਰ ਕਰਦਾ ਹੈ। ਕਈ ਵਾਰ ਸਾਡੇ ਜੀਵਨ ਵਿੱਚ ਸਮੱਸਿਆਵਾਂ ਇਸ ਲਈ ਆਉਂਦੀਆਂ ਹਨ ਕਿ ਅਸੀਂ ਜਾਣ ਸਕੀਏ ਕਿ ਅਸੀਂ ਪਰਮੇਸ਼ਰ ਤੇ ਕਿੰਨਾ ਨਿਰਭਰ ਕਰਦੇ ਹਾਂ। ਕਈ ਵਾਰ ਅਸੀਂ ਸਾਵਧਾਨ ਨਹੀਂ ਰਹਿੰਦੇ। ਅਸੀਂ ਸੋਚਣ ਲੱਗ ਪੈਂਦੇ ਹਾਂ ਕਿ ਸਾਨੂੰ ਪ੍ਰਭੂ ਦੀ ਇੰਨੀ ਲੋੜ ਨਹੀਂ, ਜਦ ਕਿ ਲੋੜ ਤਾਂ ਹੁੰਦੀ ਹੈ। ਅਤੇ ਜਦ ਇਸ ਤਰ੍ਹਾਂ ਦੀ ਸੋਚ ਸਾਡੇ ਮਨ ਵਿੱਚ ਆਉਂਦੀ ਹੈ, ਤੁਸੀਂ ਜਾਣਦੇ ਹੋ ਕੀ ਹੁੰਦਾ ਹੈ। ਪਰਮੇਸ਼ਰ ਸਾਨੂੰ ਕੁਝ ਸਮੇਂ ਲਈ ਕੈਦ ਵਿੱਚ ਭੇਜ ਦਿੰਦਾ ਹੈ ਤਾਂ ਕਿ ਸਾਨੂੰ ਯਾਦ ਆ ਜਾਵੇ ਕਿ ਸਾਨੂੰ ਉਸ ਉੱਪਰ ਨਿਰਭਰ ਰਹਿਣਾ ਕਿੰਨਾ ਜ਼ਰੂਰੀ ਹੈ। ਸਮੱਸਿਆਵਾਂ ਸਾਨੂੰ ਉਸ ਉੱਪਰ ਨਿਰਭਰ ਰਹਿਣਾ ਸਿਖਾਉਂਦੀਆਂ ਹਨ। ਜਦ ਕਦੇ ਸਾਡੇ ਨਾਲ ਇਸ ਤਰ੍ਹਾਂ ਹੋਵੇ ਤਾਂ ਸਾਨੂੰ ਜ਼ਬੂਰਾਂ ਦੀ ਪੋਥੀ 139 ਅਧਿਆਏ ਪੜ੍ਹਨਾ ਚਾਹੀਦਾ ਹੈ। ਇੱਥੇ ਦੱਸਿਆ ਗਿਆ ਹੈ, ਜੋ ਲੋਕ ਪਰਮੇਸ਼ਰ ਤੋਂ ਦੂਰ ਜਾਣਾ ਚਾਹੁੰਦੇ ਸੀ ਉਹ ਦੂਰ ਨਾ ਜਾ ਸਕੇ। ਇਸ ਵਿੱਚ ਦੱਸਿਆ ਗਿਆ ਹੈ ਕਿ ਭਾਵੇਂ ਅਸੀਂ ਕਿਤੇ ਵੀ ਜਾਈਏ, ਆਕਾਸ਼ ਉੱਤੇ, ਪਤਾਲ ਵਿੱਚ, ਸਮੁੰਦਰ ਵਿੱਚ, ਭਾਵੇਂ ਜੀਵਨ ਦੇ ਕਿਸੇ ਵੀ ਸਮੱਸਿਆ ਵਿੱਚ, ਪਰਮੇਸ਼ਰ ਦੀ ਹਜ਼ੂਰੀ ਉੱਥੇ ਹੁੰਦੀ ਹੈ। ਜਦ ਅਸੀਂ ਕਿਸੇ ਸਮੱਸਿਆ ਵਿੱਚ ਹੋਈਏ, ਸਾਨੂੰ ਆਪਣੇ ਪ੍ਰਭੂ ਉੱਤੇ ਨਿਰਭਰ ਰਹਿਣਾ ਚਾਹੀਦਾ ਹੈ। ਨੰਬਰ 5, ਸਮੱਸਿਆਵਾਂ ਸਾਡੇ ਦਿਲ ਨੂੰ ਸੇਵਕਾਈ ਕਰਨ ਲਈ ਤਿਆਰ ਕਰਦੀਆਂ ਹਨ। ਹੁਣ ਮੈਂ ਤੁਹਾਨੂੰ ਪੰਜਵੀਂ ਚੀਜ਼ ਦੇਣਾ ਚਾਹੁੰਦਾ ਹਾਂ। ਸਮੱਸਿਆਵਾਂ ਸਾਡੇ ਦਿਲ ਨੂੰ ਸੇਵਕਾਈ ਲਈ ਤਿਆਰ ਕਰਦੀਆਂ ਹਨ। ਮੈਂ ਚਾਹੁੰਦਾ ਹਾਂ ਤੁਸੀਂ ਮੇਰੇ ਨਾਲ ਅਧਿਆਏ 40 ਦੀ 6 ਤੇ 7 ਵਚਨ ਨੂੰ ਪੜ੍ਹੋ। ਜਾਂ ਯੂਸਫ ਸਵੇਰੇ ਉਹਨਾਂ ਦੇ ਕੋਲ ਅੰਦਰ ਗਿਆ ਔਰ ਉਹਨਾਂ ਨੂੰ ਡਿਠਾ ਤਾਂ ਵੇਖੋ ਉਹ ਉਦਾਸ ਸਨ। ਉਸ ਨੇ ਫਿਰੌਨ ਦੇ ਖੁਸਰਿਆਂ ਨੂੰ, ਜਿਹੜੇ ਉਸ ਦੇ ਸੰਗ ਉਹਦੇ ਸਵਾਮੀ ਦੇ ਘਰ ਕੈਦ ਸਨ, ਪੁੱਛਿਆ, ਅੱਜ ਤੁਹਾਡੇ ਮੂੰਹ ਕਿਉਂ ਭੈੜੇ ਪਏ ਹੋਏ ਹਨ? ਇੱਥੇ ਇੱਕ ਕੈਦੀ ਹੈ, ਅਨਿਆਇਪੂਰਵਕ ਕੈਦ ਵਿੱਚ ਹੈ। ਉਸ ਨੇ ਐਦਾਂ ਦਾ ਕੁਝ ਨਹੀਂ ਕੀਤਾ ਜਿਸ ਲਈ ਉਹ ਕੈਦ ਵਿੱਚ ਹੈ। ਪਰ ਉਹ ਉਹਨਾਂ ਨੂੰ ਕੀ ਆਖਦਾ ਹੈ? ਉਸ ਦੇ ਸ਼ਬਦਾਂ ਵੱਲ ਗੌਰ ਕਰੋ। ਧਿਆਨ ਦਿਓ ਕਿ ਉਹ ਉਹਨਾਂ ਦੇ ਉਦਾਸ ਚਿਹਰੇ ਵੇਖਦਾ ਹੈ। ਉਹ ਭਾਵੁਕ ਹੈ, ਪ੍ਰੇਮ ਕਰਨ ਵਾਲਾ ਹੈ, ਦਿਆਲੂ ਹੈ। ਉਹ ਗੱਲਬਾਤ ਸ਼ੁਰੂ ਕਰਦਾ ਹੈ। ਉਹ ਉਹਨਾਂ ਦੀ ਸੇਵਾ ਕਰਨਾ ਚਾਹੁੰਦਾ ਹੈ। ਧਿਆਨ ਦਿਓ, ਇੱਕ ਪਰੇਸ਼ਾਨ ਵਿਅਕਤੀ ਦੂਜਿਆਂ ਦੀ ਸੇਵਾ ਲਈ ਤਿਆਰ ਹੈ ਅਤੇ ਇਹ ਸੱਚ ਹੈ ਕਿ ਉਹ ਪੌਲੁਸ ਨਹੀਂ ਸੀ ਜਿਸ ਨੇ ਕਰੰਥੀਆਂ ਨੂੰ ਦੂਜਾ ਕਰੰਥੀਆਂ 1 ਵਿੱਚ ਲਿਖਿਆ, ਸਾਡਾ ਪਰਮੇਸ਼ਰ ਜੋ ਸਾਡੀਆਂ ਸਾਰੀਆਂ ਬਿਪਤਾਂ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ। ਭਾਈ, ਅਸੀਂ ਉਸੇ ਦਿਲਾਸੇ ਤੋਂ ਜਿਹਨੂੰ ਅਸਾਂ ਪਰਮੇਸ਼ਰ ਵੱਲੋਂ ਪਾਇਆ ਹੈ, ਉਹਨਾਂ ਨੂੰ ਹਰ ਬਿਪਤਾ ਵਿੱਚ ਦਿਲਾਸਾ ਦੇਣ ਯੋਗ ਹੋਈਏ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਅਤੇ ਅਖੀਰ ਤੱਕ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹੇ। ਉਤਪੱਤੀ ਦੀ ਪੁਸਤਕ 40 ਅਧਿਆਏ ਦੇ ਵਿੱਚ ਅਸੀਂ ਯੂਸਫ ਦੀ ਕਹਾਣੀ ਨੂੰ ਵੇਖਿਆ, ਜੋ ਕਿ ਆਪਣੇ ਭਰਾਵਾਂ ਦੇ ਦੁਆਰਾ ਮਿਸਰ ਦੇ ਵਪਾਰੀਆਂ ਨੂੰ ਵੇਚ ਦਿੱਤਾ ਗਿਆ।
ਅਤੇ ਉਹ ਬੜੇ ਹੀ ਨਾਟਕੀ ਢੰਗ ਨਾਲ ਮਿਸਰ ਦੇ ਦੇਸ਼ ਵਿੱਚ ਪਹੁੰਚ ਗਿਆ ਅਤੇ ਫਿਰ ਉਹ ਜੇਲ੍ਹ ਦੇ ਵਿੱਚ ਪਹੁੰਚ ਗਿਆ। ਅਸੀਂ ਵੇਖਿਆ ਕਿ ਯੂਸਫ ਨੂੰ ਪਰਮੇਸ਼ਵਰ ਨੇ ਸੁਪਨਿਆਂ ਦੀ ਸਮਝ ਦਿੱਤੀ। ਅਸੀਂ ਵੇਖਿਆ ਕਿ ਪਰਮੇਸ਼ਵਰ ਯੂਸਫ ਦੇ ਪ੍ਰਤੀ ਆਪਣੀ ਯੋਜਨਾ ਨੂੰ ਜੇਲ੍ਹ ਦੇ ਵਿੱਚ ਹੀ ਪੂਰਾ ਕਰਨਾ ਚਾਹੁੰਦਾ ਹੈ। ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਮੱਸਿਆਵਾਂ ਦੇ ਬਾਰੇ ਜਾਣਿਆ ਕਿ ਅਸੀਂ ਇਹਨਾਂ ਦਾ ਸਾਹਮਣਾ ਕਿਵੇਂ ਕਰ ਸਕਦੇ ਹਾਂ ਅਤੇ ਇਹ ਕਿਸ ਤਰ੍ਹਾਂ ਸਾਡੇ ਲਈ ਫਾਇਦੇਮੰਦ ਹੋ ਸਕਦੀਆਂ ਹਨ। ਅਸੀਂ ਵੇਖਿਆ ਕਿ ਸਮੱਸਿਆਵਾਂ ਸਾਨੂੰ ਵੱਡੇ ਮੌਕੇ ਪ੍ਰਦਾਨ ਕਰਦੀਆਂ ਹਨ। ਕਈ ਵਾਰੀ ਸਾਡੇ ਜੀਵਨ ਦੇ ਵਿੱਚ ਪਰੇਸ਼ਾਨੀਆਂ ਦਾ ਆਉਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਪਰਮੇਸ਼ਰ ਸਾਨੂੰ ਦੂਜੇ ਮੌਕੇ ਦੇਣਾ ਚਾਹੁੰਦਾ ਹੈ ਜੋ ਸਾਡੇ ਲਾਭ ਦੇ ਹੁੰਦੇ ਹਨ। ਇਸ ਤੋਂ ਬਾਅਦ ਅਸੀਂ ਜਾਣਿਆ ਕਿ ਸਮੱਸਿਆਵਾਂ ਸਾਡੀ ਆਤਮਿਕ ਪਰਿਪੱਕਤਾ ਨੂੰ ਮਜ਼ਬੂਤ ਕਰਦੀਆਂ ਹਨ। ਅਸੀਂ ਜਾਣਿਆ ਕਿ ਯੂਸਫ ਕਿਸ ਤਰ੍ਹਾਂ ਮਿਸਰ ਦੇ ਵਿੱਚ ਪਹੁੰਚਿਆ। ਉਹਦੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸੀ, ਪਰ ਫਿਰ ਵੀ ਉਸਨੇ ਪਰਮੇਸ਼ਰ ਦੇ ਅੱਗੇ ਕੋਈ ਸ਼ਿਕਾਇਤ ਨਹੀਂ ਕੀਤੀ। ਇਹ ਉਹਦੀ ਆਤਮਿਕ ਪਰਿਪੱਕਤਾ ਨੂੰ ਦਰਸਾਉਂਦਾ ਹੈ। ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ ਤਾਂ ਉਹ ਬਹੁਤ ਹੀ ਬੁੱਧੀਮਾਨ ਅਤੇ ਸਮਝਦਾਰ ਵਿਅਕਤੀ ਬਣ ਗਿਆ। ਇਸ ਤੋਂ ਬਾਅਦ ਅਸੀਂ ਜਾਣਿਆ ਕਿ ਸਮੱਸਿਆ ਸਾਡੀ ਇਮਾਨਦਾਰੀ ਨੂੰ ਸਿੱਧ ਕਰਦੀਆਂ ਹਨ। ਅਸੀਂ ਜਾਣਿਆ ਕਿ ਜੇਕਰ ਸਾਡਾ ਚਰਿੱਤਰ ਠੀਕ ਹੈ ਤਾਂ ਸਮੱਸਿਆਵਾਂ ਉਸ ਨੂੰ ਬਦਲ ਨਹੀਂ ਸਕਦੀਆਂ। ਅਸੀਂ ਜਾਣਿਆ ਕਿ ਯੂਸਫ ਇੱਕ ਮਹਾਨ ਚਰਿੱਤਰ ਵਾਲਾ ਵਿਅਕਤੀ ਸੀ। ਉਸ ਦਾ ਚਰਿੱਤਰ ਆਪਣੇ ਆਪ ਵਿੱਚ ਇੱਕ ਮਿਸਾਲ ਸੀ। ਇਸ ਤੋਂ ਬਾਅਦ ਅਸੀਂ ਜਾਣਿਆ ਕਿ ਸਮੱਸਿਆਵਾਂ ਸਾਨੂੰ ਨਿਰਭਰ ਰਹਿਣ ਦੀ ਸਮਝ ਪ੍ਰਦਾਨ ਕਰਦੀਆਂ ਹਨ ਅਤੇ ਸਮੱਸਿਆਵਾਂ ਸਾਡੇ ਦਿਲ ਦੀ ਸੇਵਕਾਈ ਕਰਨ ਦੇ ਲਈ ਸਾਨੂੰ ਤਿਆਰ ਕਰਦੀਆਂ ਹਨ। ਦੋਸਤੋ, ਸਾਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਅੱਜ ਪ੍ਰਭੂ ਜੀ ਤੁਸੀਂ ਯੂਸਫ ਦੇ ਮਹਾਨ ਪ੍ਰਭੂ ਜੀ ਵਿਅਕਤੀਤਵ ਤੋਂ ਸਾਨੂੰ ਸਿਖਾਇਆ ਕਿ ਪਿਤਾ ਪਰਮੇਸ਼ਰ ਸਾਨੂੰ ਕਿਸ ਤਰ੍ਹਾਂ ਆਪਣੇ ਆਪ ਨੂੰ ਤੁਹਾਡੇ ਉੱਤੇ ਨਿਰਭਰ ਕਰਨਾ ਚਾਹੀਦਾ। ਪ੍ਰਭੂ ਜੀ, ਯੂਸਫ ਦੇ ਵਿਸ਼ੇ 'ਚ ਤੁਹਾਡੀ ਯੋਜਨਾ ਸੀ ਔਰ ਉਸ ਯੋਜਨਾ ਨੂੰ ਤੁਸੀਂ ਉਸਦੇ ਜੇਲ੍ਹ 'ਚ ਰਹਿੰਦੇ ਹੋਏ ਪੂਰਾ ਕੀਤਾ। ਤੁਸੀਂ ਪਿਤਾ ਪਰਮੇਸ਼ਰ ਉਸ ਵਿਅਕਤੀ ਨੂੰ ਮਿਸਰ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਕਿਉਂਕਿ ਉਹ ਤੁਹਾਡੇ ਲਈ ਵਫਾਦਾਰ ਸੀ ਅਤੇ ਉਸਨੇ ਆਪਣੇ ਚਰਿੱਤਰ ਨੂੰ ਕਦੇ ਵੀ ਡਿੱਗਣ ਨਹੀਂ ਦਿੱਤਾ। ਪਿਤਾ, ਸਾਡੀ ਪ੍ਰਾਰਥਨਾ, ਅਸੀਂ ਵੀ ਤੁਹਾਡੇ ਤੇ ਵਿਸ਼ਵਾਸ ਕਰਦੇ ਹਾਂ। ਯੂਸਫ ਵਾਂਗ ਸਾਡੇ ਜੀਵਨ 'ਚ ਕੰਮ ਕਰੋ ਔਰ ਸਾਨੂੰ ਵੀ ਪਿਤਾ ਪਰਮੇਸ਼ਰ ਮਜ਼ਬੂਤੀ ਪ੍ਰਦਾਨ ਕਰੋ ਕਿ ਅਸੀਂ ਹਰ ਮੁਸੀਬਤ ਦੇ ਵਿੱਚ ਪ੍ਰਭੂ ਜੀ ਤੁਹਾਡੇ ਵਿੱਚ ਬਣੇ ਰਹੀਏ। ਸਾਡੇ ਪੈਰ ਨਾ ਡਗਮਗਾਉਣ, ਸਾਡਾ ਵਿਸ਼ਵਾਸ ਨਾ ਡਗਮਗਾਏ। ਪਿਤਾ ਪਰਮੇਸ਼ਰ, ਤੁਸੀਂ ਇਹ ਕਰ ਸਕਦੇ ਹੋ ਕਿਉਂਕਿ ਤੁਹਾਡੀ ਕਿਰਪਾ ਸਾਡੇ ਉੱਤੇ ਹੈ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਸਾਰੀ ਚੀਜ਼ਾਂ ਵਾਸਤੇ। ਯਿਸੂ ਨਾਸਰੀ ਜੀ ਦੇ ਨਾਮ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।